ਅੱਜ ਆਪਾਂ ਗੱਲ ਕਰਾਂਗੇ ਜਿਹੜੀ ਮਾਰਕੀਟ ਦੇ ਵਿੱਚ ਬੇਸਿਕਲੀ ਜਿੰਨੀ ਵੀ ਕ੍ਰਿਪਟੋ ਮਾਰਕੀਟ ਦੇ ਵਿੱਚ ਡਿਪ ਆਈ ਆ ਉਹਦੇ ਰੀਜ਼ਨਸ ਆਪਾਂ ਫਾਈਂਡ ਆਊਟ ਕਰਾਂਗੇ ਕਿ ਸਾਰੇ ਹੀ ਬਿਟਕੋਇਨ, ETH, BNB, ਸੋਲ, ਡੋਜ, ਲੂਨਾ, ਐਵੈਕਸ, ਡਾਟ, ਇਹਨਾਂ ਸਾਰਿਆਂ ਦੇ ਜਿੰਨੇ ਵੀ ਚਾਰਟਸ ਆ ਆਪਾਂ ਉਹਦੀ ਐਨਾਲਾਈਜ਼ ਕਰਾਂਗੇ। ਪਲੱਸ ਆਪਾਂ ਗੱਲ ਕਰਾਂਗੇ ਕਿ ਦ ਰੀਜ਼ਨ ਇਹਦੇ ਕੀ ਆ ਕ੍ਰਿਪਟੋ ਦੇ ਡਿਪ ਦੇ, ਅਤੇ ਇਹਨੂੰ ਆਪਾਂ ਕਿੱਦਾਂ ਲੈਣਾ ਹੈ, ਇਹਨਾਂ ਦੇ ਨੈਕਸਟ ਰੈਜ਼ਿਸਟੈਂਸ ਕਿੱਦਾਂ ਰੀਡ ਕਰਨੇ ਆ, ਅਤੇ ਕਿੱਦਾਂ ਪਤਾ ਲੱਗੂਗਾ ਕਿ ਸਾਨੂੰ ਇਹਨੂੰ ਡਿਪ ਨੂੰ ਕਿੱਥੇ ਬਾਏ ਕਰਨਾ ਐਕਚੁਅਲੀ। ਸੋ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਮੇਨ ਚੀਜ਼ ਆ ਕ੍ਰਿਪਟੋ ਦੇ ਵਿੱਚ ਜਿਹੜਾ ਐਟ ਦਾ ਮੂਮੈਂਟ ਸੈਲਿੰਗ ਪ੍ਰੈਸ਼ਰ ਬਣਿਆ ਹੋਇਆ ਕ੍ਰਿਪਟੋ ਮਾਰਕੀਟ ਦੇ ਵਿੱਚ, ਇਹ ਹੋਰ ਕੁਛ ਨਹੀਂ, ਸਿਰਫ ਇੱਕ ਵੱਡੇ ਇਨਵੈਸਟਰਸ ਦੁਆਰਾ, ਜਿਹੜੇ ਵੱਡੇ ਇੰਸਟੀਟਿਊਸ਼ਨਸ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੁਆਰਾ ਇੱਕ ਪ੍ਰੋਫਿਟ ਬੁਕਿੰਗ ਹੋ ਰਹੀ ਆ ਐਂਡ ਆਫ ਈਅਰ ਟਵਰਡਸ। ਜਿੱਦਾਂ ਤੁਸੀਂ ਮੈਨੂੰ ਲਾਸਟ ਵੀ ਬਹੁਤ ਵਾਰੀ ਸੁਣਿਆ ਹੋਣਾ ਕਿ ਐਂਡ ਆਫ ਮੰਥ ਬਹੁਤ ਸਾਰੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿਹੜੇ ਪ੍ਰੋਫਿਟ ਟੇਕਿੰਗ ਕਰਦੇ ਆ, ਐਂਡ ਦਿਸ ਇਜ਼ ਵਨ ਆਫ ਦ ਮੋਸਟ ਨੋਨ ਪ੍ਰੈਕਟਿਸ। ਤੇ ਇਹ ਹੁਣ ਜਿਹੜੀ ਜਿੰਨੀ ਵੀ ਪ੍ਰਾਈਵੇਟ ਇੰਸਟੀਟਿਊਸ਼ਨਸ ਆ, ਮੋਸਟ ਆਫ ਦੈਮ ਡੂ ਇਨਵੈਸਟ ਇਨ ਕ੍ਰਿਪਟੋ ਕੰਪੇਅਰਿੰਗ ਟੂ ਪ੍ਰੀਵੀਅਸ ਈਅਰਸ। ਸੋ ਉਹਦੇ ਕਰਕੇ ਹੁਣ ਕ੍ਰਿਪਟੋ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਬਣਦਾ ਐਜ਼ ਕੰਪੇਅਰ ਟੂ ਸਟਾਕ। ਪਰ ਜੇ ਦੇਖਿਆ ਜਾਵੇ ਤਾਂ S&P 500 ਜਿਹੜਾ ਆ ਇਸ ਸਾਲ 30% ਗਰੋਥ ਹੋਈ ਆ, ਜਦ ਕਿ ਕ੍ਰਿਪਟੋ ਦੇ ਵਿੱਚ 60% ਤੋਂ ਉੱਪਰ ਗਰੋਥ ਹੋਈ ਆ ਈਵਨ ਆਫਟਰ ਦਿਸ ਡ੍ਰੌਪ। ਸੋ ਹੱਲੇ ਵੀ ਕ੍ਰਿਪਟੋ ਜਿਹੜੀ ਆ, ਬਿਟਕੋਇਨ ਜਿਹੜਾ ਆ, ਉਹ 60% ਅਪ ਆ ਕੰਪੇਅਰਿੰਗ ਟੂ ਲਾਸਟ ਈਅਰ। ਹੁਣ ਜਿੰਨੀ ਵੀ ਕ੍ਰਿਪਟੋ ਮਾਰਕੀਟ ਹੈ ਸਾਰੀ ਕੰਸੋਲੀਡੇਟ ਹੋ ਰਹੀ ਆ ਇਸ ਲੈਵਲ ਦੇ ਉੱਤੇ। ਸੋ ਹੱਲੇ ਇਹਦਾ ਕੋਈ ਰਾਈਟ ਟਾਈਮ ਨਹੀਂ ਹੈਗਾ ਕਿ ਤੁਸੀਂ ਜੰਪ ਕਰ ਜਾਓ ਕਿ ਉਹ ਜਾਂ ਡਿਪ ਆ ਗਈ ਆ ਬਾਏ ਕਰ ਲਈਏ। ਸੋ ਆਪਾਂ ਥੋੜੀ ਜਿਹੀ ਟੈਕਨੀਕਲੀ ਇਹਨਾਂ ਦੇ ਚੈੱਕ ਕਰਾਂਗੇ ਚਾਰਟਸ। ਸੋ ਬਿਟਕੋਇਨ ਜਿਹੜਾ ਆ ਇਹ 69,000 ਟੱਚ ਕਰਕੇ ਵਾਪਸ ਆਇਆ ਆ। ਸੋ ਦੈਟਸ ਅ ਡ੍ਰੌਪ ਆਫ ਮੋਰ ਦੈਨ 30% ਦਿਸ ਈਅਰ ਬਿਟਕੋਇਨ ਦੇ ਵਿੱਚ ਆਲਰੇਡੀ। ਉਹ ਤੋਂ ਅਗੇਂਸਟ ਜਿਹੜਾ S&P 500 ਆ, ਉਹ ਐਟ ਦਾ ਮੂਮੈਂਟ ਜਿਹੜਾ ਆਲ ਟਾਈਮ ਹਾਈ ਆ। ਸੋ ਇਹ ਤੋਂ ਲੱਗਦਾ ਦੇਖਣ ਨੂੰ ਕਿ ਆ ਸਟਾਕ ਮਾਰਕੀਟ ਇਜ਼ ਡੂਇੰਗ ਵੈਲ, ਪਰ ਐਕਚੁਅਲੀ ਜੇ ਤੁਸੀਂ ਕੰਪੇਅਰ ਕਰੋ ਬਿਟਕੋਇਨ ਕੰਪੇਅਰਿੰਗ ਟੂ ਲਾਸਟ ਈਅਰ ਗੋਨ ਅਪ ਮੋਰ ਦੈਨ 60% ਐਟ ਦਾ ਮੂਮੈਂਟ, ਤੇ ਜਿਹੜਾ S&P 500 ਆ ਉਹਦੇ 'ਚ 30% ਦੀ ਗਰੋਥ ਹੋਈ ਆ। ਉਹ ਤੋਂ ਇਲਾਵਾ ਗੋਲਡ ਆ ਜਿਹੜਾ ਸਾਰਿਆਂ ਨੂੰ ਸਿਕਿਉਰ ਇਨਵੈਸਟਮੈਂਟ ਮੰਨਿਆ ਜਾਂਦਾ, ਇਸ ਸਾਲ ਉਹਦੇ ਵਿੱਚ 7% ਦੀ ਡ੍ਰੌਪ ਆਇਆ ਹੋਇਆ ਗੋਲਡ ਦੇ ਵਿੱਚ ਆਲਰੇਡੀ। ਸੋ ਬਿਟਕੋਇਨ ਜਿਹੜਾ ਆ ਉਹ ਸਾਰੀ ਹੀ ਜਿੰਨੇ ਵੀ ਇੰਸਟਰੂਮੈਂਟਸ ਆ ਉਹ ਸਾਰਿਆਂ ਨੂੰ ਆਊਟ ਪਰਫਾਰਮ ਕਰ ਰਿਹਾ ਆ, ਸਾਰਿਆਂ ਨੂੰ ਜ਼ਿਆਦਾ ਪ੍ਰੈਸ਼ਰ ਬਣਾ ਰਿਹਾ ਬਿਟਕੋਇਨ। ਸੋ ਜਦੋਂ ਵੀ ਬਿਟਕੋਇਨ ਦੇ ਵਿੱਚ ਕੋਈ ਵੋਲੀਟਿਲਿਟੀ ਹੁੰਦੀ ਆ, ਸੋ ਇਹ ਨੋਰਮਲ ਆ, ਇੱਕ ਸਿੰਪਲ ਜਿਹੜੀ ਚੀਜ਼ ਆ ਕਿ ਇਹਦੇ 'ਚ ਵੋਲੀਟਿਲਿਟੀ ਜ਼ਿਆਦਾ ਹੁੰਦੀ ਆ ਕੰਪੇਅਰਿੰਗ ਟੂ ਅਦਰ, ਬਿਕੋਜ਼ ਬਹੁਤ ਸਾਰੇ ਲੋਕੀ ਬਹੁਤ ਸਾਰੇ ਇਨਵੈਸਟਰਸ ਜਿਹੜੇ ਆ ਦੇ ਟਰਾਈਂਗ ਟੂ ਕਨਸੈਂਟਰੇਟ ਔਨ ਬਿਟਕੋਇਨ ਮੋਰ ਕੰਪੇਅਰਿੰਗ ਟੂ ਸਟਾਕ ਮਾਰਕੀਟ ਜਾਂ ਗੋਲਡ ਹੁਣ, ਕਿਉਂਕਿ ਇਟਸ ਅਟਰੈਕਟਿੰਗ ਮੋਰ ਐਂਡ ਮੋਰ ਇਨਵੈਸਟਰਸ। ਹੋਰ ਬਹੁਤ ਸਾਰੀਆਂ ਕੰਟਰੀਆਂ ਜਿਹੜੀਆਂ ਰੈਗੂਲੇਸ਼ਨਸ ਲੈ ਕੇ ਆ ਰਹੀਆਂ ਜਾਂ ਬਿਟਕੋਇਨ ਨੂੰ ਅਡੈਪਟ ਕਰ ਰਹੀਆਂ ਆ, ਸੋ ਉਹਦੇ ਕਰਕੇ ਬਿਟਕੋਇਨ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ। ਅਤੇ ਬਟ ਇਹਦੇ ਨਾਲ ਇਹ ਵੀ ਹੈ ਕਿ ਬਿਟਕੋਇਨ ਸਾਰਿਆਂ ਨੂੰ ਆਊਟ ਪਰਫੋਰਮ ਵੀ ਤਾਂ ਹੀ ਕਰ ਰਿਹਾ ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟ ਆ ਰਹੀ ਆ। ਸੋ ਜਿਹੜੀ ਵੀ ਸੈਲਿੰਗ ਆ ਇਸ ਆਈ ਥਿੰਕ ਇਸ ਮੋਸਟ ਪ੍ਰੋਬਲੀ ਅੱਜ ਇੱਕ ਤਰ੍ਹਾਂ ਦਾ ਲਾਸਟ ਦਿਨ ਆ। ਕ੍ਰਿਪਟੋ ਮਾਰਕੀਟ 24/7 ਚੱਲਦੀ ਹੈ ਐਨੀਵੇ, ਪਰ ਮੇਰੇ ਹਿਸਾਬ ਨਾਲ ਇਹ ਆਖਰੀ ਜਿਹੜੇ 1-2 ਦਿਨ ਹੁੰਦੇ ਆ ਦੈਟਸ ਇਟ, ਇਹ ਮੋਸਟਲੀ ਫਿਨਿਸ਼ ਕਰ ਦਿੰਦੇ ਜਿੰਨੀ ਵੀ ਸੈਲਿੰਗ ਕਰਨੀ ਹੁੰਦੀ ਹੈ ਇਨਵੈਸਟਰਸ ਦੇ ਦੁਆਰਾ, ਕਿਉਂਕਿ ਈਵਨ ਕ੍ਰਿਪਟੋ ਮਾਰਕੀਟ ਇਜ਼ ਓਪਨ, ਪਰ ਜਿੰਨੇ ਵੀ ਇਨਵੈਸਟਰਸ ਆ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਆ ਦੇ ਡੋਂਟ ਓਪਨ ਐਟ ਦ ਐਂਡ ਆਫ ਦ ਈਅਰ। ਸੋ ਉਹਨਾਂ ਨੇ ਜਿੰਨੀ ਵੀ ਟਰਾਈ ਕਰਨੀ ਆ ਬੁਕਿੰਗ ਅੱਜ ਟੁਡੇ ਇਜ਼ ਦ ਲਾਸਟ ਡੇ। ਪਰ ਜਿਹੜੀ ਸਾਰਿਆਂ ਨਾਲੋਂ ਜ਼ਿਆਦਾ ਵਧੀਆ ਚੀਜ਼ ਹੋਈ ਹੈ ਹੈਪਨ ਇਸ ਵਾਰ ਕਿ ਕ੍ਰਿਪਟੋ ਦੇ ਵਿੱਚ ਜਿਹੜੀ ਡਿਪ ਆਈ ਆ ਇਹ ਸਿਰਫ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੁਆਰਾ ਹੀ ਲਿਆਂਦੀ ਗਈ ਆ। ਇਹਦੇ 'ਚ ਕੋਈ ਪੈਨਿਕ ਸੈਲਿੰਗ ਨਹੀਂ ਐਕਚੁਅਲੀ ਹੋਈ ਹੈਗੀ, ਕੋਈ ਪ੍ਰੋਫਿਟ ਟੇਕਿੰਗ ਨਹੀਂ ਹੋਈ ਹੈਗੀ ਇਹਦੇ ਵਿੱਚ ਕਿ ਪੈਨਿਕ ਸੈਲਰਸ ਦੇ ਦੁਆਰਾ। ਸੋ ਜੇ ਆਪਾਂ ਹੁਣ ਬਿਟਕੋਇਨ ਦੀ ਗੱਲ ਕਰੀਏ, ਸੋ 27 ਤਰੀਕ ਨੂੰ ਜਿਹੜਾ ਬਿਟਕੋਇਨ ਸੀਗਾ 27 ਦਸੰਬਰ ਨੂੰ 51,000 ਤੋਂ ਉੱਪਰ ਬ੍ਰੇਕਆਊਟ ਕੀਤਾ ਸੀ ਇਹਨੇ। ਸੋ ਹੁਣ ਇਹ ਬਿਲੋ 47,000 ਆ ਚੁੱਕਾ ਆ ਅੱਜ, ਸੌਰੀ ਆਈ ਮੀਨ 47,700 ਐਟ ਦਾ ਮੂਮੈਂਟ ਜਿੱਥੇ ਤੱਕ ਮੈਂ ਚਾਰਟ ਦੇਖੇ ਆ। ਸੋ ਜਿਹੜੇ ਬੁਲਸ ਹੁੰਦੇ ਆ ਉਹ ਨੋਰਮਲੀ ਇੱਦਾਂ ਦੀ ਜਗ੍ਹਾ ਦੇ ਉੱਤੇ ਆ ਕੇ ਇਸ ਰੈਜ਼ਿਸਟੈਂਸ ਦੇ ਉੱਤੇ ਆ ਕੇ ਇਹਦਾ ਕੰਟਰੋਲ ਕਰ ਲੈਂਦੇ ਆ। ਸੋ ਜਿਹੜੇ ਡਿਕਲਾਈਨ ਨੂੰ ਰੈਸਟ ਕਰਨ ਦੀ ਟਰਾਈ ਕਰੂਗਾ ਇੱਥੇ। ਸੋ ਜਿੰਨੀ ਵੀ ਨਵੀਂ ਇਨਵੈਸਟਰਸ ਆ ਜਿਨ੍ਹਾਂ ਨੂੰ ਡਿਪ ਲੱਭਦੀ ਆ ਦੇ ਵਿਲ ਟਰਾਈ ਟੂ ਇਨਵੈਸਟ ਮੋਰ ਇਨਟੂ ਬਾਇੰਗ ਦ ਡਿਪ। ਪਰ ਜੇ ਸੈਲਿੰਗ ਇੱਥੋਂ ਇੰਟੈਂਸੀਫਾਈ ਹੋ ਜਾਂਦੀ ਕਿਉਂਕਿ ਅੱਜ ਆਖਰੀ ਦਿਨ ਆ, ਬਿਟਕੋਇਨ 45,000 ਤੋਂ ਥੱਲੇ ਵੀ ਡਿੱਗ ਸਕਦਾ ਆ, ਤੇ ਉਹ ਤੋਂ ਇਲਾਵਾ ਜੇ 45,000 ਤੋਂ ਥੱਲੇ ਚਲ ਗਿਆ ਇਹਦੀ ਨੈਕਸਟ ਸਪੋਰਟ ਹੈਗੀ 42,000 ਜਾਂ 40,000 ਦੇ ਅਰਾਊਂਡ। ਬਟ ਜੇ ਇੱਥੋਂ ਜਿਹੜੇ ਆ ਇਨਵੈਸਟਰਸ ਆ ਉਹ ਹੈਵੀ ਹੋ ਗਏ, ਬੁਲਸ ਜਿਹੜੇ ਆ ਹੈਵੀ ਹੋ ਗਏ ਬੇਅਰਸ ਦੇ ਉੱਤੇ, ਸੋ ਇਹ ਰਿਵਰਸ ਬੈਕ ਕਰ ਸਕਦਾ 51,000 52,000 ਦੇ ਗੇਟ ਦੇ ਅਰਾਊਂਡ। ਦੂਜੇ ਪਾਸੇ ਜਿਹੜਾ ਥੀਰੀਅਮ ਹੈ ਜਿਹੜਾ ਬਿਟਕੋਇਨ ਦਾ ਸੈਕਿੰਡ ਲੈਫਟ ਹੈਂਡ ਆ, ਇਹਦੇ ਵਿੱਚ ਵੀ ਕਾਫੀ ਜ਼ਿਆਦਾ ਸਟਰਗਲ ਚੱਲ ਰਹੀ ਆ। ਸੋ ਇਹ ਬੇਸਿਕਲੀ ਜਿਹੜੀ 20 ਡੇ SMA ਆ ਇਹਦੀ ਅਰਾਊਂਡ $4,000 ਇਹ ਫੇਲਡ ਹੋ ਗਿਆ ਸੋ ਫਾਰ ਉਹਨੂੰ ਮੇਨਟੇਨ ਕਰਨ ਦੇ ਲਈ। ਜੇ ਤਾਂ ਪ੍ਰਾਈਸ ਇੱਥੇ ਰੀਬਾਉਂਡ ਹੁੰਦੀ ਆ ਦੈਨ ਬੁਲਸ ਜਿਹੜੇ ਆ ਉਹ ਇਹਦੀ ਪ੍ਰਾਈਸ ਜਿਹੜੀ 20 ਡੇ SMA ਤੋਂ ਉੱਪਰ ਪੁਸ਼ ਕਰਨ ਦੀ ਟਰਾਈ ਕਰੂਗੇ। ਸੋ ਜੇ 4200 ਤੋਂ ਉੱਪਰ ਚਲੇ ਗਿਆ ਇਸ ਪੁਸ਼ ਦੇ ਨਾਲ, ਇਹਦੀ ਨੈਕਸਟ ਸਟਾਪ ਜਿਹੜਾ ਹੈਗਾ 4400, ਤੇ ਉਦੋਂ ਬਾਅਦ ਜਿਹੜਾ ਅਗਲਾ ਟਾਰਗੇਟ ਹੋਊਗਾ $4,800 ਹੋਊਗਾ।
ਪਰ ਜੇ ਇੱਥੋਂ ਬੇਅਰਸ ਹਾਵੀ ਹੋ ਗਏ, ਇਹ ਇੰਟੈਂਸੀਫਾਈ ਹੋ ਗਈ ਸੈਲਿੰਗ ਇਥੀਰੀਅਮ ਦੀ, ਸੋ ਦੈਟ ਮੀਨ ਇਥੀਰੀਅਮ ਦੀ ਜਿਹੜੀ ਨੈਕਸਟ ਸਪੋਰਟ ਆ 2800 ਤੱਕ ਵੀ ਜਾ ਸਕਦਾ, ਇਹ ਡ੍ਰੌਪ ਹੋ ਸਕਦਾ। ਸੋ ਇਸ ਕਰਕੇ ਬਹੁਤ ਧਿਆਨ ਦੇ ਨਾਲ ਇਸ ਚਾਰਟਸ ਇਹਨਾਂ ਕੈਂਡਲਸ ਨੂੰ ਦੇਖਣ ਦੀ ਲੋੜ ਹੈ ਐਟ ਦਾ ਮੋਮੈਂਟ। BNB ਜਿਹੜਾ ਆ ਉਹ ਆਲਰੇਡੀ ਤੁਸੀਂ ਦੇਖਿਆ ਕਿ ਕਾਫੀ ਬਹੁਤ ਵਧੀਆ ਪ੍ਰੋਗਰੈਸ ਆਈ ਆ ਇਸ ਈਅਰ BNB ਦੇ ਵਿੱਚ ਵੀ। ਸੋ ਇਹ ਆਲਰੇਡੀ 20 ਡੇ SMA ਤੋਂ ਉੱਪਰ ਜਾ ਚੁੱਕਾ ਸੀ, ਅਰਾਊਂਡ 546 ਦੇ ਅਰਾਊਂਡ। ਸੋ ਉਹ ਤੋਂ ਸਸਟੇਨ ਨਹੀਂ ਹੋਇਆ, ਤਾਂ ਇਸ ਕਰਕੇ 28 ਦਸੰਬਰ ਤੋਂ ਬਾਅਦ ਆਪਾਂ ਉਹਦੇ ਵਿੱਚ ਦੇਖਿਆ ਕਿ ਉਹਦੇ ਵਿੱਚ ਵੀ ਡ੍ਰੌਪ ਆਇਆ, ਸੇਮ ਲਾਈਕ ਅਦਰ ਕ੍ਰਿਪਟੋ ਐਲਟ ਕੋਇਨਸ। ਹੁਣ ਜਿਹੜਾ ਇੱਥੇ ਬੇਅਰਸ ਦਾ ਪ੍ਰੈਸ਼ਰ ਆ, ਜਿਹੜਾ ਸੈਲਿੰਗ ਪ੍ਰੈਸ਼ਰ ਆ ਇੰਸਟੀਟਿਊਸ਼ਨਸ ਦੁਆਰਾ, ਉਹਦੇ ਨਾਲ ਇਹ ਉਹਨੂੰ ਟਰਾਈ ਕਰੂਗੇ ਕਿ ਉਹਦੀ ਪ੍ਰਾਈਸ ਜਿਹੜੀ ਆ 500 ਤੋਂ ਥੱਲੇ ਪੁਸ਼ ਕਰਨ ਦੀ। ਜੇ 500 ਤੋਂ ਥੱਲੇ ਪੁਸ਼ ਹੋ ਗਿਆ, ਇਹਦਾ ਨੈਕਸਟ ਸਟਾਪ ਹੋਊਗਾ ਇਹਦੀ 200 ਡੇ ਐਵਰੇਜ, ਜਿਹੜੀ ਕਿ $444 ਦੇ ਅਰਾਊਂਡ ਆ। ਬਟ ਇਹਦੀ 500 ਦੇ ਅਰਾਊਂਡ ਬਹੁਤ ਜ਼ਿਆਦਾ ਸਟਰੋਂਗ ਸਪੋਰਟ ਆ। ਸੋ ਜੇ 500 ਨੂੰ ਸਟਾਪ ਕਰ ਜਾਂਦਾ ਹੈ ਇੱਥੇ ਹੀ, ਰਿਵਰਸ ਕਰਦਾ ਆ, ਬੁਲਸ ਹੈਵੀ ਹੋ ਜਾਂਦੇ ਆ ਇੱਥੇ, ਦੈਨ ਇਹਦਾ ਅਗਲਾ ਜਿਹੜਾ ਸਟਾਪ ਹੋਊਗਾ 545 ਤੋਂ ਬਾਅਦ 640 ਅਰਾਊਂਡ 680 ਜਿਹੜਾ ਇਹਦਾ ਨੈਕਸਟ ਟਾਰਗੇਟ ਹੋਊਗਾ। ਨੈਕਸਟ ਵਨ ਇਜ਼ ਸੋਲਾਨਾ ਜਿਹੜਾ ਸਾਰਿਆਂ ਦਾ ਫੇਵਰਟ ਬਣ ਚੁੱਕਾ ਹੈ ਐਟ ਦਾ ਮੋਮੈਂਟ। ਸੋ ਇਹਦੀ ਵੀ ਜਿਹੜੀ ਰਿਕਵਰੀ ਆ 204 ਦੇ ਅਰਾਊਂਡ ਸਟਾਲਡ ਹੋ ਗਈ ਸੀਗੀ, ਤੇ ਇਹ ਵੀ ਯੈਸ 2 ਦਿਨ ਪਹਿਲਾਂ ਇਹ 20 ਡੇ ਜਿਹੜੀ ਹੈ ਮੂਵਿੰਗ ਐਵਰੇਜ ਸੀਗੀ ਇਹਦੀ ਅਰਾਊਂਡ 185, ਇਹ ਉਹਦੇ ਵੀ ਬਲੋ ਹੋ ਗਿਆ। ਸੋ ਜੇ ਤਾਂ ਇੱਥੋਂ ਬੇਅਰਸ ਹਾਵੀ ਹੋ ਗਿਆ, ਸੇਮ ਲਾਈਕ ਅਦਰ ਐਲਟ ਕੋਇਨਸ, ਇਹ ਥੱਲੇ ਡ੍ਰੌਪ ਕਰ ਸਕਦਾ 160 ਦੇ ਟੂਵਰਡਸ, ਤੇ ਜੇ ਉਹ 160 ਤੋਂ ਥੱਲੇ ਵੀ ਡ੍ਰੌਪ ਕਰਦਾ ਦੈਨ ਇਹਦਾ ਨੈਕਸਟ ਸਟਾਪ ਹੋ ਗਿਆ 140 ਦੇ ਅਰਾਊਂਡ 148, ਜਿਹੜੀ ਇਹਦੀ 20 ਡੇ EM ਆ ਉਹ ਫਲੈਟਿਸ਼ ਆ। ਪਰ ਜਿਹੜਾ RSI ਆ ਇਹਦਾ ਆਲਰੇਡੀ ਡਿਪਟ ਬਲੋ 44 ਹੋ ਚੁੱਕਾ ਆ। ਸੋ ਇਸ ਕਰਕੇ ਇਹਦੇ ਉੱਤੇ ਜ਼ਿਆਦਾ ਸਲੋਨਾ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਐਟ ਦਾ ਮੋਮੈਂਟ। ਬਟ ਜੇ ਪ੍ਰੈਸ਼ਰ ਇੱਥੇ ਸਸਟੇਨ ਕਰ ਗਿਆ, ਬੁਲਸ ਹੈਵੀ ਹੋ ਗਏ, ਸੋ ਇਹਦਾ ਜਿਹੜਾ ਨੈਕਸਟ ਟਾਰਗੇਟ ਹੋਊਗਾ 200 ਤੋਂ ਅਬਵ ਹੋਊਗਾ, ਤੇ ਉਹਦਾ ਉਦੋਂ ਬਾਅਦ ਦਾ ਟਾਰਗੇਟ ਜਿਹੜਾ ਆ ਐਟਲੀਸਟ $250 ਹੋਊਗਾ। ਦੂਜਾ ਨੈਕਸਟ ਵਨ ਜਿਹੜਾ ਹੈਗਾ ADA ਜੇ ਕਾਰਡਾਨੋ, ਜਿਹੜਾ ਸਾਰਿਆਂ ਨੂੰ ਦੂਜਾ ਮੋਸਟ ਪਪੂਲਰ ਹੈ, ਜਿਹੜਾ ਸਾਨੂੰ ਪਤਾ ਕਿ $3 ਤੋਂ ਵਾਪਸ ਮੁੜ ਕੇ ਆਇਆ ਆ। ਸੋ ਇਹਦੇ ਉੱਤੇ ਕਾਫੀ ਜ਼ਿਆਦਾ ਪ੍ਰੈਸ਼ਰ ਬਣਿਆ ਹੋਇਆ ਸੀਗਾ। ਸੋ ਇਹ ਜਿੱਦਾਂ ਮੈਂ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਸੀਗਾ ਜਦੋਂ 122 ਦੇ ਅਰਾਊਂਡ ਸੀਗਾ, ਸੋ ਇਹਦਾ ਜਿਹੜਾ ਰੈਜ਼ਿਸਟੈਂਸ 118 ਜਿੱਥੋਂ ਰਿਵਰਸਲ ਹੋਇਆ, ਸੋ ਰਿਵਰਸਲ ਹੋ ਕੇ ਦੈਨ ਓਬਵੀਅਸਲੀ ਇੱਥੇ ਬਾਈ ਸਿਗਨਲ ਫਲੈਸ਼ ਕੀਤਾ, ਦੈਨ ਇਟਸ ਕਮਿੰਗ ਬੈਕ ਅਪ ਫਰੋਮ ਦੇਅਰ। ਪਰ ਜਿਹੜੀ ਆ ਰੈਡ ਕੈਂਡਲ ਆ ਹੁਣ ਲਾਸਟ ਵਨ, ਇਹ ਸੇਮ ਜਸਟ ਨੈਗੇਟਿਵ ਪ੍ਰੈਸ਼ਰ ਦੇਖਿਆ ਆ। ਸੋ ਇਹਦੀ ਤੁਸੀਂ ਦੇਖ ਸਕਦੇ ਆ ਰੈਜ਼ਿਸਟੈਂਸ ਜਿਹੜੀ ਆ ਨੈਕਸਟ $1 ਸੀਗੀ, ਪਰ ਇਹ ਇੱਕ 118 ਤੋਂ ਰਿਵਰਸਲ ਹੋਇਆ ਆ। ਦੈਨ ਸੋ ਹੁਣ ਇਹਦੇ ਵਿੱਚ ਜਿਹੜੀ ਕੰਸੋਲੀਡੇਸ਼ਨ ਲਾਈਨ ਆ, ਸੋ ਇੱਥੋਂ ਮੇਰੇ ਹਿਸਾਬ ਨਾਲ ਇਹਦਾ ਰਿਵਰਸਲ ਹੋਣਾ ਚਾਹੀਦਾ ADA ਦਾ। ਹੁਣ ਜੇ ਇਸ ਲੈਵਲ ਤੋਂ ਬੁਲਸ ਜਿਹੜੇ ਆ ਹਾਵੀ ਹੋ ਜਾਂਦੇ ਆ, ਤਾਂ ਇਹਦਾ ਜਿਹੜਾ ਨੈਕਸਟ ਟਾਰਗੇਟ ਹੋਊਗਾ ਅਰਾਊਂਡ $2.50। ਪਰ ਜੇ ਇੱਥੇ ਇਹਦੀ ਸਪੋਰਟ ਕਰੈਕ ਹੋ ਜਾਂਦੀ ਆ, ਇਹ ਦੁਬਾਰਾ ਫੇਰ ਵਾਪਸ 118 ਤੇ ਡ੍ਰੌਪ ਹੋ ਸਕਦਾ, ਤੇ ਉਦੋਂ ਬਾਅਦ ਜੇ ਫੇਰ ਨੇ ਸਪੋਰਟ ਮਿਲੀ ਤਾਂ $1 ਤੱਕ ਵਾਪਸ ਪੁਸ਼ ਹੋ ਸਕਦਾ ਆ। ਪਰ ਜੇ ਇੱਥੋਂ ਬੁਲਸ ਹੈਵੀ ਹੋ ਗਏ, $2.50 ਟਾਰਗੇਟ ਅਚੀਵ ਹੋ ਗਿਆ, ਇਹਦਾ ਨੈਕਸਟ ਟਾਰਗੇਟ ਜਿਹੜਾ ਹੋਊਗਾ $3.5 ਤੱਕ ਹੋਏਗਾ। ਨੈਕਸਟ ਆ ਰਿਪਲ ਦਾ ਤਾਂ ਸਾਨੂੰ ਪਤਾ ਹੈ ਕਿ ਰਿਪਲ ਆਲਰੇਡੀ ਸਟਰਗਲ ਕਰ ਰਹੀ ਸੀਗੀ। ਇਹਦੇ ਜਿੰਨੀ ਵੀ ਕੰਸੋਲੀਡੇਸ਼ਨ ਹੋਈ ਸੀਗੀ 94 ਸੈਂਟ ਤੱਕ ਜਿਹੜੀ ਰਿਕਵਰੀ ਹੋਈ ਸੀਗੀ, ਉਹਦੇ ਤੇ ਫੇਰ ਦੁਆਰਾ ਪ੍ਰੈਸ਼ਰ ਬਣ ਗਿਆ ਬੁਲਸ ਦਾ, ਬੇਅਰਸ ਦਾ ਪ੍ਰੈਸ਼ਰ ਬਣ ਗਿਆ। ਸੋ ਜਿਹਦੇ ਨਾਲ ਰਿਪਲ ਜਿਹੜੀ ਆ ਫੇਰ ਦੁਆਰਾ ਥੱਲੇ ਨੂੰ ਡ੍ਰੌਪ ਹੋਣ ਲੱਗ ਪਈ। ਹੁਣ ਜੇ ਤਾਂ ਇੱਥੋਂ ਬੇਅਰਸ ਉਹਨੂੰ ਵਾਪਸ ਲੈ ਜਾਂਦੇ ਆ, ਉਹਦੀ ਨੈਕਸਟ ਰੈਜ਼ਿਸਟੈਂਸ ਜਿਹੜੀ ਆ $74 ਸੈਂਟ ਤੱਕ ਹੋ ਸਕਦੀ ਆ, 74 ਸੈਂਟ। ਪਰ ਜੇ ਇੱਥੋਂ $1 ਦਾ ਬੈਰੀਅਰ ਬ੍ਰੇਕ ਕਰ ਜਾਂਦੀ ਆ, ਦੈਨ ਇਹਦੀ ਨੈਕਸਟ ਰੈਜ਼ਿਸਟੈਂਸ ਜਿਹੜੀ ਆ 125 ਆ, like $1.25, ਤੇ ਉਸ ਤੋਂ ਬਾਅਦ it can go towards $150 as well. Next one is Terra Luna, ਜਿਹਦੇ ਮੈਨੂੰ ਕਾਫੀ ਜ਼ਿਆਦਾ ਕੁਐਸਚਨ ਆਉਂਦੇ ਹੁੰਦੇ Terra Luna ਬਾਰੇ ਵੀ। ਇਹ ਬੇਸਿਕਲੀ 103 ਦੀ ਜਿਹੜੀ ਵਾਪਸ ਆਇਆ $103 ਦੀ ਜਿਹੜੀ ਰੈਜ਼ਿਸਟੈਂਸ ਸੀਗੀ, ਉਸ ਤੋਂ ਬਾਅਦ ਇਹਦੀ ਜਿਹੜੀ ਪ੍ਰਾਈਸ ਹੈ ਉਹ ਅਰਾਊਂਡ 38% ਡ੍ਰੌਪ ਹੋਈ ਆ ਉਸ ਲੈਵਲ ਤੋਂ। ਸੋ ਇੱਥੋਂ ਜਿਹੜੇ ਆ ਬੁਲਸ ਉਹ ਲਾਈਕਲੀ ਟੂ ਟੇਕ ਕੰਟਰੋਲ Terra Luna, ਕਿਉਂਕਿ ਕਾਫੀ ਪਪੂਲਰ ਆ ਇਨਵੈਸਟਰਸ ਦੇ ਵਿੱਚ। ਇਹਦਾ ਜਿਹੜਾ ਕਰੈਕਸ਼ਨ ਜ਼ੋਨ ਆ ਇਸ ਅਰਾਊਂਡ $83 ਦੇ ਅਰਾਊਂਡ ਆ, ਤੇ ਜਿਹੜੀ 20 ਡੇ SMA ਆ ਉਹ ਅਰਾਊਂਡ $80 ਆ। ਸੋ ਇਹ ਬਹੁਤ ਸਟਰੋਂਗ ਰੈਜ਼ਿਸਟੈਂਸ ਲੈਵਲ ਆ, ਬਹੁਤ ਸਟਰੋਂਗ ਰਿਵਰਸਲ ਲੈਵਲ ਆ ਇੱਥੋਂ। ਜੇ ਇੱਥੋਂ ਬੁਲਸ ਹਾਵੀ ਹੋ ਗਿਆ ਤਾਂ ਉਹਦੀ ਪ੍ਰਾਈਸ ਦੁਬਾਰਾ $103 ਵੱਲ ਨੂੰ ਪੁਸ਼ ਕਰ ਸਕਦੇ ਆ, ਐਂਡ ਉਸ ਤੋਂ ਬਾਅਦ ਜਿਹੜਾ ਨੈਕਸਟ ਟਾਰਗੇਟ ਹੋ ਗਿਆ $135, ਤੇ ਉਸ ਤੋਂ ਬਾਅਦ $150 ਦੇ ਅਰਾਊਂਡ ਇਹਦਾ ਟਾਰਗੇਟ ਹੋਏਗਾ। ਪਰ ਜੇ 20 ਡੇ SMA ਦੇ ਥੱਲੇ ਪੁਸ਼ ਕਰ ਗਿਆ, ਦੈਨ ਉਹਦਾ ਨੈਕਸਟ ਰੈਜ਼ਿਸਟੈਂਸ ਅਰਾਊਂਡ $70 ਦੇ ਐਵਰੇਜ ਹੋਊਗਾ। ਨੈਕਸਟ ਵਨ ਇਜ਼ Avalanche, AVAX। ਇਹ ਬੇਸਿਕਲੀ $120 ਤੋਂ ਵਾਪਸ ਮੁੜ ਕੇ ਆਇਆ ਆ, ਬਟ ਦੈਨ ਅਗੇਨ ਇਹ ਬਾਉਂਸਡ ਹੋਇਆ ਸੀ $108 ਤੋਂ, ਜਿਹੜੀ ਇਹਦੀ 20 ਡੇ ਮੂਵਿੰਗ ਐਵਰੇਜ ਆ। ਬਟ ਦੈਨ ਅਗੇਨ ਇਹਤੇ ਬਾਅਦ ਵਿੱਚ ਫੇਰ ਦੁਆਰਾ ਜਿਹੜਾ ਪ੍ਰੈਸ਼ਰ ਬਣਿਆ $120 ਦੇ ਉੱਤੇ ਜਾ ਕੇ। ਸੋ ਇਹਦੇ ਉੱਤੇ ਕਾਫੀ ਬੇਅਰਸ ਦਾ ਪ੍ਰੈਸ਼ਰ ਹੈ ਐਟ ਦਾ ਮੋਮੈਂਟ। ਜੇ ਇਹ ਪ੍ਰੈਸ਼ਰ ਬਣਿਆ ਰਿਹਾ ਇਸੇ ਤਰ੍ਹਾਂ, ਇਟ ਕੈਨ ਗੋ ਟੂਵਰਡਸ $98। ਜੇ $90 ਤੋਂ ਵੀ ਥੱਲੇ ਗਿਆ, ਦੈਨ ਇਹਦਾ ਨੈਕਸਟ ਜਿਹੜਾ ਰੈਜ਼ਿਸਟੈਂਸ ਹੈਗਾ $78 ਅਰਾਊਂਡ।
ਪਰ ਜੇ ਇਹਦੀ ਪ੍ਰਾਈਸ 20 ਡੇ SMA ਤੋਂ EMA ਤੋਂ ਪੁਸ਼ ਹੋ ਜਾਂਦੀ ਆ, ਉੱਪਰ ਹੋ ਜਾਂਦੀ, ਤੇ ਉੱਥੇ ਹੀ ਰੈਜ਼ਿਸਟ ਕਰ ਲਈ ਜਾਂਦੀ ਆ। ਇਹਦਾ ਜਿਹੜਾ ਨੈਕਸਟ ਟਾਰਗੇਟ ਹੋਏਗਾ $130, $130 ਤੋਂ ਬਾਅਦ ਇਹਦਾ ਨੈਕਸਟ ਟਾਰਗੇਟ ਹੋਏਗਾ $147 ਐਵਰੇਜ। ਨੈਕਸਟ ਵਨ ਇਜ਼ ਡਾਟ, ਜਿਹੜਾ ਕਿ ਐਕਚੁਅਲੀ ਕ੍ਰਾਈਸਿਸ ਦੇ ਵਿੱਚ ਹੈ ਐਟ ਦਾ ਮੋਮੈਂਟ ਕੰਪੇਅਰਿੰਗ ਟੂ ਜਿੱਥੇ ਇਹਦਾ ਟੌਪ ਲੈਵਲ ਸੀਗਾ ਪਹਿਲਾਂ। ਬਟ ਇਹਦੀ ਜਿਹੜੀ ਓਵਰਹੈਡ ਰੈਜ਼ਿਸਟੈਂਸ ਹੈ ਅਰਾਊਂਡ $31। ਉਸ ਤੋਂ ਬਾਅਦ ਇਹਦਾ ਰਿਵਰਸਲ ਹੋਇਆ, ਜਿਹੜੀ ਲੌਂਗ ਵਿਕ ਕੈਂਡਲ ਹੈ ਉਹਦੇ ਨਾਲ ਇਹ ਪਤਾ ਲੱਗਦਾ ਕਿ ਇਹਦੇ 'ਤੇ ਕਾਫੀ ਜ਼ਿਆਦਾ ਪ੍ਰੈਸ਼ਰ ਆ ਸੈਲਿੰਗ ਦਾ। ਸੋ ਮੇ ਬੀ ਇਹਦੇ ਵਿੱਚ ਪੈਰਿੰਗ ਸੈਲਿੰਗ ਵੀ ਹੋ ਰਹੀ ਆ, ਅਤੇ ਕੁਛ ਲੌਂਗ ਟਰਮ ਦੇ ਬਾਅਦ 'ਚ ਜਿਹੜੇ ਇਨਵੈਸਟਰਸ ਨੂੰ ਕਾਫੀ ਜ਼ਿਆਦਾ ਪ੍ਰੋਫਿਟ ਨਹੀਂ ਮਿਲਦਾ ਜਾਂ ਕਾਫੀ ਜ਼ਿਆਦਾ ਆਊਟਪੁੱਟ ਨਹੀਂ ਮਿਲਦੀ, ਦੇ ਜਸਟ ਡੰਪ ਥੀਸ ਕਾਈਂਡ ਆਫ ਕੋਇਨ। ਸੋ ਆਈ ਥਿੰਕ ਡਾਟ ਦੇ ਵਿੱਚ ਇਹੀ ਕੁਛ ਹੋ ਰਿਹਾ ਐਟ ਦਾ ਮੋਮੈਂਟ। ਇਹ ਜਿਹੜਾ ਇਹਦੇ ਵਿੱਚ ਬ੍ਰੇਕਆਊਟ ਹੋਇਆ ਸੀ, ਇਟਸ ਲਾਈਕ ਅਗਰੈਸਿਵ ਟਰੈਪ ਹੁੰਦਾ। ਇਹਨੂੰ ਸਾਡੇ ਅਗਰੈਸਿਵ ਟਰੈਪ ਹੁੰਦਾ ਕਿ ਉਹਨਾਂ ਲੋਕਾਂ ਨੂੰ ਕੈਚ ਕਰਨ ਦਾ ਜਿਹੜੇ ਕੁਇਕ ਬਾਇਰਸ ਹੁੰਦੇ ਆ, ਜਿਹੜੇ ਦੇਖਦੇ ਕਿ ਹਾਂ ਇਹਦੇ 'ਚ ਗ੍ਰੀਨ ਕੈਂਡਲ ਆ ਗਈ, ਲੈਟਸ ਬਾਏ ਇਟ। ਅਤੇ ਉਸ ਟਰੈਪ ਤੋਂ ਬਾਅਦ ਇਹਦੇ ਜਿੰਨਾ ਜ਼ਿਆਦਾ ਬੁੱਲ ਪ੍ਰੈਸ਼ਰ ਬਣਿਆ, ਉਹਦੇ ਬਾਅਦ ਜਿਹੜੀਆਂ ਰੈੱਡ ਕੈਂਡਲਸ ਆਈਆਂ ਆ, ਸੈਲਿੰਗ ਪ੍ਰੈਸ਼ਰ ਬਣਿਆ ਆ। ਸੋ ਨੋਰਮਲੀ ਜਿਹੜੇ ਉਹ ਕੁਇਕ ਸੈਲਰ ਬਾਇਰਸ ਹੁੰਦੇ ਆ ਉਹ ਸਟਕ ਹੋ ਜਾਂਦੇ ਇੱਦਾਂ ਦੇ ਜ਼ੋਨ ਦੇ ਵਿੱਚ। ਪਰ ਜੇ ਇੱਥੋਂ ਬੁੱਲਸ ਇਹਨੂੰ ਹੈਵੀ ਕਰ ਜਾਂਦੇ ਆ, ਇਸ ਲੈਵਲ ਦੇ ਉੱਤੇ ਬੁੱਲਸ ਕੰਟਰੋਲ ਕਰ ਲੈਂਦੇ ਆ, ਇਹਦਾ ਜਿਹੜਾ ਨੈਕਸਟ ਲੈਵਲ ਹੋਊਗਾ 31 ਤੋਂ ਉੱਪਰ ਹੋਊਗਾ, 35 ਤੱਕ ਜਾ ਸਕਦਾ, ਅਤੇ ਉਦੋਂ ਬਾਅਦ ਜਿਹੜਾ ਨੈਕਸਟ ਟਾਰਗੇਟ ਹੋਊਗਾ $47 ਹੋਊਗਾ ਇਹਦਾ। ਸੋ ਨੈਕਸਟ ਵਨ ਇਜ਼ ਡੋਜ ਕੋਇਨ, ਜਿਹੜਾ ਮੋਸਟਲੀ ਸਾਰਿਆਂ ਨਾਲ ਰਿਟੇਲ ਵਾਲਿਆਂ ਦਾ ਸਾਰਿਆਂ ਦਾ ਫੇਵਰੇਟ ਕੋਇਨ ਹੈ। ਇਹ ਬੇਸਿਕਲੀ ਬੀਨ ਪੁਸ਼ਡ ਬੈਕ ਇਨਟੂ 20 ਡੇ ਜਿਹੜੀ EMA ਹੈ ਇਹਦੀ 18 ਸੈਂਟ। ਪਰ ਇਹਦਾ ਜਿਹੜਾ ਰੈਜ਼ਿਸਟੈਂਸ ਤੇ ਸਪੋਰਟ ਲਾਈਨ ਦੇ ਵਿੱਚ ਦਾ ਜ਼ੋਨ ਆ, ਉੱਥੇ ਪਤਾ ਲੱਗਦਾ ਕਿ ਇਹਦੇ ਵਿੱਚ ਬੁੱਲਸ ਤੇ ਬੇਅਰਸ ਦੇ ਵਿੱਚ ਕਾਫੀ ਜ਼ਿਆਦਾ ਫਾਈਟ ਆ। ਉੱਥੇ ਦੋਨਾਂ ਦੇ ਵਿੱਚੋਂ ਕੋਈ ਵੀ ਇੱਥੋਂ ਟੇਕ ਓਵਰ ਕਰ ਸਕਦਾ ਡੋਜ ਨੂੰ। ਸੋ ਇਹਦੀ ਪ੍ਰਾਈਸ ਮੇ ਵੀ ਹੋਰ ਥੋੜਾ ਚਿਰ 15 ਸੈਂਟ 19 ਸੈਂਟ ਦੇ ਵਿੱਚ ਫਸੀ ਰਹਿ ਸਕਦੀ ਆ ਹਲੇ ਲੌਂਗ ਟਰਮ, ਕਿਉਂਕਿ ਨਾ ਹੀ ਤਾਂ ਇਹਦੇ ਤੇ ਬਹੁਤ ਜ਼ਿਆਦਾ ਸੈਲਿੰਗ ਪ੍ਰੈਸ਼ਰ ਹੈ, ਨਾ ਹੀ ਇਹਦੇ ਤੇ ਬਹੁਤ ਜ਼ਿਆਦਾ ਬਾਇੰਗ ਪ੍ਰੈਸ਼ਰ ਹੈ ਐਟ ਦਾ ਮੋਮੈਂਟ। ਪਰ ਜੇ ਬੁੱਲਸ ਨੇ ਇੱਥੋਂ $19 ਤੋਂ 19 ਸੈਂਟ ਤੋਂ ਇਹਦਾ ਪ੍ਰੈਸ਼ਰ ਸਸਟੇਨ ਕਰ ਲਿਆ, ਇਹਨੂੰ ਪੁਸ਼ ਕਰ ਦਿੱਤਾ ਵਾਪਸ, ਦੈਨ ਇਹਦਾ ਨੈਕਸਟ ਟਾਰਗੇਟ ਹੋਊਗਾ 22 ਸੈਂਟ ਤੇ 29 ਸੈਂਟ। ਪਰ ਜੇ ਇੱਥੋਂ ਬੇਅਰਸ ਨੇ ਟੇਕ ਚਾਰਜ ਕਰ ਲਿਆ, ਲੱਗਦਾ ਕਿ ਜੇ ਇਹ ਰੈਜ਼ਿਸਟੈਂਸ ਜਿਹੜੀ ਇਹਦੀ ਬ੍ਰੋਕ ਹੋ ਗਈ, ਇਹ ਵਾਪਸ $15 ਸੈਂਟ 13 ਸੈਂਟ ਤੇ 10 ਸੈਂਟ ਨੂੰ ਵੀ ਟੱਚ ਕਰ ਸਕਦਾ ਐਕਚੁਅਲੀ। ਐਂਡ ਜੇ 10 ਸੈਂਟ ਤੱਕ ਗਿਆ, ਦੈਟ ਵਿਲ ਬੀ ਦ ਵਨ ਆਫ ਦ ਬੈਸਟ ਬਾਇੰਗ ਗਿਫਟ ਫॉर ਦ ਨਿਊ ਈਅਰ। ਜਿੰਨੀ ਵੀ ਮੇਰੇ ਐਨਾਲਾਈਜ਼ ਕੀਤਾ ਮੈਂ ਚਾਰਟਸ ਨੂੰ, ਇਹ ਮੇਰੇ ਪਰਸਨਲ ਵਿਊ ਆ। ਸੋ ਜ਼ਰੂਰੀ ਨਹੀਂ ਕਿ ਤੁਸੀਂ ਸਿਰਫ ਇਹਦੇ 'ਤੇ ਬਿਲੀਵ ਕਰਨਾ, ਤੁਸੀਂ ਇਹਨਾਂ ਨੂੰ ਆਪਣੇ ਨਿਗਾਹ ਦੇ ਵਿੱਚ ਰੱਖ ਸਕਦੇ ਆ, ਕਿੱਦਾਂ ਬਿਹੇਵ ਕਰਦੇ ਆ ਚਾਰਟ ਡਿਫਰੈਂਟਲੀ। ਸੋ ਜਿੱਦਾਂ ਮੈਂ ਆਪਣੀ ਟ੍ਰੇਡਿੰਗ ਕਰਦਾ, ਜਿੱਦਾਂ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਨਿਗਾਹ ਰੱਖਦਾ, ਮੇਰੀ ਬਾਇੰਗ ਐਂਡ ਸੈਲਿੰਗ ਹੁੰਦੀ ਆ। ਸੋ ਮੇਰੇ ਹਿਸਾਬ ਨਾਲ ਜੋ ਮੈਂ ਦੇਖਦਾ ਆ 20 ਡੇ ਮੂਵਿੰਗ ਐਵਰੇਜ, 200 ਡੇ ਮੂਵਿੰਗ ਐਵਰੇਜ, ਨੋਰਮਲੀ ਕ੍ਰਿਪਟੋ ਦੇ ਵਿੱਚ ਜਿਹੜੀ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਵਧੀਆ ਰਿਜ਼ਲਟ ਦਿੱਤੇ ਜਿਹਨੇ ਅੱਜ ਤੱਕ। ਸੋ ਮੈਂ ਸਿਰਫ ਉਹ ਟਰਾਈ ਕਰਦਾ ਕਿ ਜਿੰਨੀ ਵੀ ਮੇਰੀ ਨੌਲੇਜ ਆ ਮੈਂ ਸ਼ੇਅਰ ਕਰ ਸਕਦਾ ਹੋਵੇ, ਪਰ ਜ਼ਰੂਰੀ ਨਹੀਂ ਕਿ ਤੁਸੀਂ ਇਸ 'ਤੇ ਬਿਲੀਵ ਕਰਨਾ ਜਾਂ ਐਕਟ ਕਰਨਾ ਆ। ਮੇਕ ਸ਼ੋਰ ਤੁਸੀਂ ਆਪਣੀ ਰਿਸਰਚ ਜ਼ਰੂਰ ਕਰਿਆ ਕਰੋ। ਥੈਂਕ ਯੂ।